ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਸ਼੍ਰੀ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੀ ਦੂਜੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਧਨਵੰਤਾ ਹੋਏ ਕਰ ਗਰਵਾਵੈ। ਮਹਾਰਾਜ ਕਹਿਣ ਲੱਗੇ, ਦੇਖੋ ਬੰਦੇ ਦਾ ਸੁਭਾਅ, ਕਹਿੰਦੇ ਜਿਸ ਧਨ ਨੂੰ ਪ੍ਰਾਪਤ ਕਰਕੇ ਬੰਦਾ ਧਨਵਾਨ ਬਣ ਜਾਂਦਾ, ਤੇ ਜਦੋਂ ਬਹੁਤਾ ਧਨਾੜ ਬਣ ਜਾਂਦਾ ਨਾ, ਫਿਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੰਕਾਰ ਜਾਂਦਾ। ਫਿਰ ਬੰਦਾ ਧਨ ਦੇ ਨਾਲ ਬੰਦੇ ਨੂੰ ਬਹੁਤ ਛੇਤੀ ਹੰਕਾਰ ਆ ਜਾਂਦਾ। ਜਦੋਂ ਬੰਦੇ ਕੋਲ ਥੋੜਾ ਜਿਹਾ ਧਨ ਆ ਜੇ, ਪਦਾਰਥ ਜੁੜ ਜਾਵੇ, ਫਿਰ ਬੰਦਾ ਮਾਣ ਹੀ ਨਹੀਂ, ਆਪੇ ਤੋਂ ਹੀ ਬਾਹਰ ਹੋ ਜਾਂਦਾ, ਕਿਸੇ ਨੂੰ ਵਿਦਦਾ ਹੀ ਨਹੀਂ, ਸਿਆਣਦਾ ਹੀ ਨਹੀਂ। ਮਹਾਰਾਜ ਕਹਿਣ ਲੱਗੇ, ਜਿਸ ਧਨ ਨੂੰ ਪਾ ਕਰਕੇ ਧਨਵਾਨ ਹੋ ਕੇ ਬੰਦਾ ਬਹੁਤਾ ਗਰਬਾਵੇ, ਹੰਕਾਰਦਾ ਹੈ, ਮਾਣ ਕਰਦਾ, ਤ੍ਰਿਣ ਸਮਾਨ ਕਛ ਸੰਗ ਨਾ ਜਾਵੇ, ਉਹ ਇਕੱਠੇ ਕੀਤੇ ਹੋਏ ਸਾਰੇ ਧਨ ਦੇ ਵਿੱਚੋਂ ਮਹਾਰਾਜ ਕਹਿਣਗੇ ਇੱਕ ਕੱਖ ਜਿੰਨਾ ਵੀ ਧਨ ਇਹਦੇ ਨਾਲ ਨਹੀਂ ਜਾਂਦਾ। ਦੇਖ ਲਓ, ਮਹਾਰਾਜ ਸਤਿਗੁਰੂ ਕਹਿੰਦੇ ਇੱਕ ਤੀਲੇ ਜਿੰਨਾ ਵੀ ਪਦਾਰਥ ਨਾਲ ਨਹੀਂ ਜਾਂਦਾ। ਕਬੀਰ ਜੀ ਦਾ ਬਚਨ ਹੈ, ਆਵਤ ਸੰਗ ਨਾ ਜਾਤ ਸੰਗਾਤੀ। ਨਾ ਤਾਂ ਇਹ ਦੇਖੋ ਮਾਂ ਦੇ ਗਰਭ ਚੋਂ ਨਾਲ ਆਇਆ ਬੰਦੇ ਦੀ ਦੁਨੀਆ ਤੇ, ਨਾ ਇਸ ਦਾ ਧਨ ਉਹ ਨਾਲ ਜਾਂਦਾ। ਆਵਤ ਸੰਗ ਨਾ ਜਾਤ ਸੰਗਾਤੀ, ਕਹਾਂ ਭਇਓ ਦਰ ਬਾਂਧੇ ਹਾਥੀ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਦੇਖ ਲੋ, ਰਾਵਣ ਤੋਂ ਵੱਡਾ ਧਨਵਾਨ ਕੌਣ ਹੋ ਸਕਦਾ ਬਈ ਦੁਨੀਆ ਦੇ ਉੱਤੇ, ਜਿਹਦੇ ਕੋਲ ਸੋਨੇ ਦੀ ਲੰਕਾ ਸੀ, ਸੋਨੇ ਦਾ ਘਰ ਸੀ, ਸੋਨੇ ਦਾ ਮਹਿਲ ਸੀ, ਕਿਲਾ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਜੀਵ ਹੈ ਮੂਰਖਾ, ਉਹ ਵੀ ਰਾਵਣ ਦੇਖ ਲੈ ਕਿੱਡਾ ਵੱਡਾ ਰਾਜਾ ਹੋਇਆ, ਜਿਹਦੇ ਕੋਲ ਇੰਨਾ ਧਨ ਸੀ, ਦੇਖ ਲੋ ਕੀ ਲੈ ਗਿਆ ਨਾਲ। ਕਹਿੰਦੇ ਜਦੋਂ ਰਾਵਣ ਮਰਿਆ ਸੀ ਨਾ, ਉਸ ਵਕਤ ਇੱਕ ਪਰੰਪਰਾ ਹੁੰਦੀ ਸੀ, ਜਦੋਂ ਕੋਈ ਮਰਦਾ ਸੀ ਨਾ, ਉਹਦੇ ਮੂੰਹ ਦੇ ਵਿੱਚ ਨਾ ਤੋਲਾ ਸੋਨਾ ਪਾ ਕੇ ਉਹਦਾ ਸੰਸਕਾਰ ਕੀਤਾ ਜਾਂਦਾ ਹੁੰਦਾ ਸੀ, ਜਾਂ ਦੱਬ ਦਿੱਤਾ ਜਾਂਦਾ ਹੁੰਦਾ। ਕਹਿੰਦੇ ਜਦੋਂ ਰਾਵਣ ਮਰਿਆ ਸੀ ਨਾ, ਇਹਦੇ ਮੂੰਹ ਦੇ ਵਿੱਚ ਪਾਉਣ ਵਾਸਤੇ ਤੋਲਾ ਸੋਨਾ ਵੀ ਨਹੀਂ ਸੀ ਮਿਲਿਆ। ਦੇਖ ਲਓ, ਜਿਸ ਸੋਨੇ ਦੀ ਲੰਕਾ 'ਚ ਰਾਵਣ ਰਹਿੰਦਾ ਹੁੰਦਾ ਸੀ ਨਾ, ਲੰਕਾਪਤੀ ਸੀ, ਇੱਕ ਤੋਲਾ ਸੋਨਾ ਉਹਦੇ ਮੂੰਹ 'ਚ ਪਾ ਕੇ ਸੰਸਕਾਰ ਕਰਨ ਨੂੰ ਨਹੀਂ ਸੀ ਮਿਲਿਆ। ਦੇਖ ਲਓ, ਇਸ ਕਰਕੇ ਮਹਾਰਾਜ ਕਹਿੰਦੇ, ਕਹੋ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋਏ ਹੱਥ ਝਾਰ। ਕਹਿੰਦੇ ਉਹ ਬੰਦਿਆ, ਕੁਝ ਮਨ ਦੇ ਵਿੱਚ ਸਮਝ, ਕੁਝ ਆਪਣੀ ਅਕਲ ਨੂੰ ਹੱਥ ਮਾਰ। ਜਿਹੜਾ ਬੰਦਾ ਬਹੁਤਾ ਧਨ ਇਕੱਠਾ ਕਰ ਲੈਂਦਾ ਨਾ, ਸਾਰੀ ਜ਼ਿੰਦਗੀ ਧਨ ਜੋੜਦਾ ਰਹਿੰਦਾ, ਉਹ ਇਦਾਂ ਦੁਨੀਆ ਤੋਂ ਚਲਿਆ ਜਾਂਦਾ ਧਨ ਨੂੰ ਛੱਡ ਕੇ। ਜਿਵੇਂ ਜੂਆ ਖੇਡਦੇ ਹੋਏ ਨਾ ਜੁਆਰੀ ਧਨ ਹਾਰ ਕੇ ਚਲੇ ਜਾਂਦੇ ਆ ਘਰ ਨੂੰ, ਇਦਾਂ ਚਲਿਆ ਜਾਂਦਾ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਤਿਰਨ ਸਮਾਨ ਕਿਛ ਸੰਗ ਨਾ ਜਾਵੇ। ਕਹਿੰਦੇ ਕੱਖ ਜਿੰਨਾ ਵੀ ਧਨ ਦੇਖ ਲੋ, ਜਿਹੜਾ ਇੰਨਾ ਇਕੱਠਾ ਕੀਤਾ ਸੀ, ਜਿਹਦੇ ਕਰਕੇ ਮਾਣ ਕਰਦਾ ਸੀ, ਹੰਕਾਰ ਕਰਦਾ ਸੀ, ਮਹਾਰਾਜ ਕਹਿਣ ਲੱਗੇ ਦੇਖ ਲੋ ਕੱਖ ਦੇ ਸਮਾਨ ਵੀ ਇਸ ਦੇ ਨਾਲ ਨਹੀਂ ਜਾਂਦਾ ਪਰਲੋਕ ਨੂੰ। ਮਹਾਰਾਜ ਕਹਿਣ ਲੱਗੇ ਅੱਗੇ, ਕਹਿੰਦੇ ਸਤਿਗੁਰੂ ਸਾਹਿਬ ਜੀ, ਬਹੁ ਲਸਕਰ ਮਾਨੁਖ ਉਪਰ ਕਰੇ ਆਸ। ਜਿਹਦੇ ਕੋਲ ਪੈਸਾ ਬਈ ਬੰਦਾ ਉਹ ਫੌਜਾਂ ਰੱਖ ਲੈਂਦਾ, ਲਸ਼ਕਰ ਬਣਾ ਲੈਂਦਾ ਆਪਣਾ ਵੱਡਾ, ਬਹੁਤੇ ਬੰਦੇ ਸੇਵਾ ਦੇ ਵਿੱਚ ਲਾ ਲੈਂਦਾ, ਬਹੁਤ ਸਾਰੇ ਲੋਕ ਉਹਦੇ ਆਲੇ ਦੁਆਲੇ ਰਹਿੰਦੇ, ਤੇ ਉਹਨਾਂ ਦੀ ਆਸ ਦੇ ਉੱਤੇ ਰਹਿੰਦਾ ਵੀ ਲੈ ਵੀ ਮੇਰੇ ਕੋਲ ਹੁਣ ਇੰਨੇ ਬੰਦੇ ਆ, ਐਡਾ ਵੱਡਾ ਲਸ਼ਕਰ ਹੈ। ਮਹਾਰਾਜ ਕਹਿਣ ਲੱਗੇ ਉਹਨਾਂ ਤੇ ਆਸ ਲਾ ਬੈਠਦਾ, ਲਓ ਜੀ ਹੁਣ ਆਪਾਂ ਨੂੰ ਪਰਵਾਹ ਕਿਸੇ ਦੀ ਨਹੀਂ। ਪਰ ਮਹਾਰਾਜ ਕਹਿਣ ਲੱਗੇ, ਪਲ ਭੀਤਰ ਤਾਕਾ ਹੋਏ ਵਿਨਾਸ਼। ਕਹਿੰਦੇ ਜਦੋਂ ਪਰਮਾਤਮਾ ਦੀ ਖੇਡ ਵਰਤਦੀ ਆ ਨਾ, ਉਹ ਐਡਾ ਵੱਡਾ ਜਿਹੜਾ ਲਸ਼ਕਰ ਇਕੱਠਾ ਕੀਤਾ ਹੋਇਆ ਹੁੰਦਾ, ਇੰਨੇ ਬੰਦੇ ਜਿਹੜੇ ਇਹਨੇ ਰੱਖੇ ਹੁੰਦੇ, ਕਹਿੰਦੇ ਛਿਨ 'ਚ ਸੜ ਕੇ ਸਵਾਹ ਹੋ ਜਾਂਦੇ ਇਹਦੇ। ਪਲ ਭੀਤਰ ਤਾਕਾ ਹੋਏ ਵਿਨਾਸ਼। ਮਾਰ ਕਹਿੰਦੇ ਝੱਟ ਉਹਨਾਂ ਦਾ ਨਾਸ ਹੋ ਜਾਂਦਾ, ਬੰਦਾ ਫੇਰ ਉੱਥੇ ਇਕੱਲੇ ਦਾ ਇਕੱਲਾ ਰਹਿ ਜਾਂਦਾ ਵੀ ਹੁਣ ਕੀ ਕਰਾਂ ਮੈਂ ਤਾਂ ਉਦਾਂ ਹੀ ਇਹਨਾਂ ਤੇ ਆਸ ਲਾ ਬੈਠਾ ਸੀ। ਇਹਦਾ ਵੀ ਨਾਸ ਹੋ ਜਾਂਦਾ ਤੇ ਉਹਨਾਂ ਦਾ ਵੀ ਨਾਸ ਹੋ ਜਾਂਦਾ। ਜਦੋਂ ਵਾਹਿਗੁਰੂ ਖੇਡ ਵਰਤਾਉਂਦਾ, ਛਿਨ ਦੇ ਵਿੱਚ ਹੀ ਹੋ ਜਾਂਦਾ ਸਾਰਾ ਕੁਛ। ਪਲ ਭੀਤਰ ਮਤਲਬ ਇੱਕ ਪਲ ਦੇ ਅੰਦਰ ਹੀ ਸਭ ਕੁਝ ਮਿਟ ਜਾਂਦਾ। ਸਭ ਤੇ ਆਪ ਜਾਣੈ ਬਲਵੰਤ। ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਤਕੜਾ ਕਹਾਉਂਦਾ ਨਾ, ਸਰੀਰ ਕਰਕੇ ਵੀ ਮੇਰੇ ਵਿੱਚ ਬਲ ਬਹੁਤ ਆ, ਮੇਰੇ ਸਰੀਰ 'ਚ ਤਾਂ ਤਾਕਤ ਹੀ ਬਹੁਤ ਹੈ। ਮਹਾਰਾਜ ਕਹਿਣ ਲੱਗੇ, ਖਿਨ ਮਹਿ ਹੋਏ ਜਾਏ ਪਸਮੰਤ।
ਕਹਿਣ ਲੱਗੇ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨਾ, ਸਰੀਰ ਦੇ ਵਿੱਚੋਂ ਸਾਹ ਨਿਕਲ ਜਾਂਦੇ ਆ, ਕਹਿੰਦੇ ਇੱਕ ਛਿਨ ਦੇ ਵਿੱਚ ਹੀ ਸਵਾਹ ਦੀ ਢੇਰੀ ਬਣ ਜਾਂਦਾ। ਦੇਖ ਲਓ ਮਹਾਰਾਜ ਕਹਿੰਦੇ ਹਨ, ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨਾ, ਉਹ ਸਵਾਸ ਨਿਕਲ ਜਾਂਦੇ, ਫਿਰ ਜਦੋਂ ਇਹਨੂੰ ਉੱਥੇ ਸ਼ਮਸ਼ਾਨ ਦੇ ਵਿੱਚ ਜਾ ਕੇ ਫੂਕ ਦਿੰਦੇ, ਕਹਿੰਦੇ ਛਿਨ ਦੇ ਵਿੱਚ ਹੀ ਦੇਖ ਲਓ ਸਵਾਹ ਦੀ ਢੇਰੀ ਜੀ ਬਣ ਜਾਂਦਾ ਇੱਕ, ਤੇ ਜਿਹੜਾ ਇਹਦੇ ਅੰਦਰ ਰਹਿਣ ਵਾਲਾ ਸੀ ਨਾ ਉਹ ਚਲਿਆ ਜਾਂਦਾ। ਮਹਾਰਾਜ ਕਹਿੰਦੇ ਕਿਸੇ ਨਾ ਵਧੈ ਆਪ ਅਹੰਕਾਰੀ, ਜਿਹੜਾ ਬੰਦਾ ਹੰਕਾਰ ਕਰਕੇ ਕਿਸੇ ਨੂੰ ਟਿੱਚ ਨਹੀਂ ਨਾ ਜਾਣਦਾ, ਤੁਹਾਨੂੰ ਪਤਾ ਨਾ ਵੀ ਹੰਕਾਰੀ ਬੰਦੇ ਕਿਸੇ ਨੂੰ ਸਮਝਦੇ ਕੱਖ ਨਹੀਂ ਹੁੰਦੇ। ਜਿਹੜਾ ਬੰਦਾ ਕਿਸੇ ਨੂੰ ਆਪਣੇ ਤੁੱਲ ਸਮਝਦਾ ਹੀ ਨਹੀਂ, ਜਿਹੜਾ ਕਿਸੇ ਨੂੰ ਸਮਝਦਾ ਨਹੀਂ ਵੀ ਕੋਈ ਦੁਨੀਆ ਦੇ ਉੱਤੇ ਮੇਰੇ ਵਰਗਾ ਵੀ ਹੈ, ਮੇਰੇ ਨਾਲੋਂ ਵੀ ਜ਼ਿਆਦਾ ਸਿਆਣਾ ਹੈ, ਜਿਹੜਾ ਬੰਦਾ ਇਹ ਸਮਝਦਾ ਹੀ ਨਹੀਂ ਹੈਗਾ ਧਰਮ ਰਾਏ ਤਿਸ ਕਰੇ ਖੁਆਰੀ, ਉਸ ਬੰਦੇ ਨੂੰ ਧਰਮ ਰਾਜਾ ਖੁਆਰ ਕਰਦਾ। 84 ਲੱਖ ਜੂਨਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਬੜਾ ਖੱਜਲ ਕਰਦਾ ਧਰਮ ਰਾਜਾ। ਫਿਰ ਜਿਹੜਾ ਬੰਦਾ ਕਿਸੇ ਨੂੰ ਸਮਝਦਾ ਕੱਖ ਨਹੀਂ। ਇਸ ਕਰਕੇ ਭਾਈ ਗੁਰਬਾਣੀ ਕਹਿੰਦੀ ਹੈ, ਹੋਏ ਨਿਮਾਣਾ ਜਗ ਰਹੋ ਆਪਨ ਆਪ ਵਿਚਾਰ। ਕਹਿੰਦੇ ਜਗਤ ਦੇ ਉੱਤੇ ਤਾਂ ਨਿਮਾਣਾ ਬਣ ਕੇ ਰਹੋ ਭਾਈ, ਮਾਣ ਕਾਹਦਾ ਕਰਨਾ, ਛਿਨ ਦਾ ਭਰੋਸਾ ਨਹੀਂ ਹੈਗਾ ਇਸ ਸਰੀਰ ਦਾ। ਮਹਾਰਾਜ ਕਹਿੰਦੇ ਸੋ ਜਨ ਨਾਨਕ ਦਰਗਹਿ ਹੈ ਪ੍ਰਵਾਨ। ਮਹਾਰਾਜ ਕਹਿੰਦੇ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਜਿਹਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਾਣ ਖਤਮ ਹੋ ਜਾਂਦਾ, ਜਿਹਦੇ ਅੰਦਰੋਂ ਗੁਰੂ ਦੀ ਕਿਰਪਾ ਦੇ ਨਾਲ ਹੰਕਾਰ ਮਿਟ ਜਾਂਦਾ ਨਾ, ਜਿਹੜਾ ਜਗਤ ਦੇ ਉੱਤੇ ਨਿਮਾਣਾ ਬਣ ਕੇ ਰਹਿੰਦਾ, ਨਿਤਾਣਾ ਬਣ ਕੇ ਰਹਿੰਦਾ। ਮਹਾਰਾਜ ਕਹਿੰਦੇ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ, ਵਾਹਿਗੁਰੂ ਦੇ ਘਰ ਦੇ ਵਿੱਚ ਉਹੀ ਪ੍ਰਵਾਨ ਹੈ, ਉਹਨੂੰ ਹੀ ਪਰਮਾਤਮਾ ਦੇ ਘਰ ਵਡਿਆਈ ਮਿਲਦੀ ਹੈ। ਅੱਗੇ ਕਹਿੰਦੇ ਕੋਟ ਕਰਮ ਕਰੈ ਹਉ ਧਾਰੇ, ਜਿਹੜਾ ਬੰਦਾ ਆਪਣੇ ਮਨ ਵਿੱਚ ਹੰਕਾਰ ਕਰਦਾ ਨਾ, ਤੇ ਹੰਕਾਰ ਕਰਕੇ ਕਰੋੜਾਂ ਹੀ ਕਰਮ ਕਰ ਲੈਂਦਾ, ਕਰੋੜਾਂ ਹੀ ਸਾਧਨ ਕਰ ਲੈਂਦਾ। ਮਤਲਬ ਮੰਨ ਲਓ ਵੀ ਬਹੁਤ ਪੁੰਨਦਾਨ ਕਰਦਾ, ਬਹੁਤ ਕੁਛ ਕਰਦਾ, ਬੜੀ ਤਪੱਸਿਆ ਕਰਦਾ, ਬੜੀ ਬੰਦਗੀ ਕਰਦਾ, ਪਰ ਨਾਲ ਮਨ ਵਿੱਚ ਹੰਕਾਰ ਕਰ ਲੈਂਦਾ ਵੀ ਮੇਰੇ ਵਰਗਾ ਕੌਣ ਹੈ ਦੁਨੀਆ ਦੇ ਉੱਤੇ ਸਾਧਨ ਸਾਧਣ ਵਾਲਾ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਉਹ ਤਾਂ ਬੰਦਾ ਨਾ ਬਸ ਇਉਂ ਸਮਝੋ ਵੀ ਸਰੀਰ ਨੂੰ ਥਕਾਵਟ ਹੀ ਦਿੰਦਾ। ਮਹਾਰਾਜ ਕਹਿੰਦੇ ਕਿਉਂਕਿ ਉਹਦੇ ਸਾਰੇ ਕੀਤੇ ਹੋਏ ਕਰਮ ਤਾਂ ਨਿਸ਼ਫਲ ਹੋ ਜਾਂਦੇ। ਇੱਕ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਪੜ੍ਹਦੇ ਹੋ, ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਜਿਹੜਾ ਬੰਦਾ ਤੀਰਥਾਂ ਦੇ ਉੱਤੇ ਜਾ ਕਰਕੇ ਇਸ਼ਨਾਨ ਕਰਦਾ, ਭਾਂਤ ਭਾਂਤ ਦੇ ਤੀਰਥਾਂ ਤੇ ਨਹਾ ਲੈਂਦਾ, ਫਿਰ ਉਹ ਤੋਂ ਬਾਅਦ ਵਰਤ ਆਦਿਕ ਰੱਖਦਾ, ਜਿਵੇਂ ਨੌਮੀ ਦਾ ਹੋ ਗਿਆ, ਅਸ਼ਟਮੀ ਦਾ ਹੋ ਗਿਆ, ਵਰਤ ਆਦਿਕ ਰੱਖ ਲੈਂਦਾ, ਤੇ ਫਿਰ ਦਾਨ ਆਦਿਕ ਕਰਦਾ, ਕਿਸੇ ਨੂੰ ਧਨ ਦਾ ਦਾਨ ਕਰ ਦਿੰਦਾ, ਕਿਸੇ ਨੂੰ ਇੱਥੋਂ ਤੱਕ ਗਊਆਂ ਦਾ ਦਾਨ ਕਰ ਦਿੰਦਾ, ਜ਼ਮੀਨ ਦਾਨ ਕਰ ਦਿੰਦਾ, ਇੱਥੋਂ ਤੱਕ ਸੋਨੇ ਦਾ ਦਾਨ ਕਰਦਾ। ਜਿਵੇਂ ਰਾਜਾ ਹਰੀ ਚੰਦ ਸਵਾ ਭਾਰ ਸੋਨੇ ਨੂੰ ਦਾਨ ਕਰਕੇ ਨਾ, ਮਤਲਬ ਸਵਾ ਮਣ ਦੀ ਪੰਡ ਸੀ ਜਿਹੜੀ ਸੋਨੇ ਦੀ, ਉਹ ਦਾਨ ਕਰਕੇ ਫੇਰ ਪ੍ਰਸ਼ਾਦਾ ਛਕਦਾ ਹੁੰਦਾ ਸੀ, ਵੀ ਇੰਨਾ ਦਾਨ ਕਰਦਾ ਸੀ। ਤਾਂ ਹੀ ਗੁਰਬਾਣੀ 'ਚ ਬਚਨ ਆਉਂਦਾ, ਹਰੀ ਚੰਦ ਦਾਨ ਕਰੇ ਜਸ ਲੇਵੇ। ਇੰਨੇ ਦਾਨ ਕਰਨ ਵਾਲੇ ਵੀ ਐਡੇ ਐਡੇ ਦਾਨੀ ਵੀ ਬੈਠੇ ਦੁਨੀਆ ਦੇ ਉੱਤੇ। ਕਹਿੰਦੇ ਤੀਰਥ ਵਰਤ ਅਰਦਾਨ ਕਰ, ਕਹਿੰਦੇ ਤੀਰਥਾਂ ਤੇ ਵੀ ਨਹਾ ਲੈਂਦਾ, ਫਿਰ ਮੁੜ ਕੇ ਵਰਤ ਆਦਿਕ ਵੀ ਰੱਖ ਲੈਂਦਾ, ਫਿਰ ਦਾਨ ਵੀ ਬਥੇਰਾ ਕਰਦਾ, ਧਨ ਦਾ, ਸੋਨੇ ਦਾ, ਹੋਰ ਵੀ ਜਿਵੇਂ ਵੀ ਹੋ ਸਕਦਾ ਦਾਨ ਕਰਦਾ। ਪਰ ਮਨ ਮੈਂ ਧਰੈ ਗੁਮਾਨ, ਪਰ ਇਹਨਾਂ ਸਾਰਿਆਂ ਸਾਧਨਾਂ ਨੂੰ ਕਰਕੇ, ਦਾਨ ਕਰਕੇ, ਤੀਰਥਾਂ ਤੇ ਨਹਾ ਕੇ, ਵਰਤ ਆਦਿਕ ਰੱਖ ਕੇ, ਪਰ ਮਨ ਵਿੱਚ ਹੰਕਾਰ ਕਰ ਲੈਂਦਾ ਵੀ ਮੇਰੇ ਵਰਗਾ ਦਾਨੀ ਕੌਣ ਹੈ, ਮੇਰੇ ਵਰਗਾ ਨੇਮੀ ਕੌਣ ਹੈ, ਮੈਂ ਪੱਕਾ ਵਰਤ ਰੱਖਦਾ, ਮੈਂ ਤਾਂ ਦੇਖਿਆ, ਮੈਂ ਤਾਂ ਤੀਰਥ ਯਾਤਰਾ ਤੇ ਪੱਕਾ 6ਵੇਂ ਮਹੀਨੇ ਤੀਰਥ ਯਾਤਰਾ ਕਰ ਹੀ ਆਉਂਦਾ। ਜਿਹੜਾ ਬੰਦਾ ਇਹਨਾਂ ਸਾਧਨਾਂ ਨੂੰ ਕਰਕੇ ਹੰਕਾਰ ਕਰ ਲੈਂਦਾ, ਮਹਾਰਾਜ ਕਹਿੰਦੇ ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਕਹਿੰਦੇ ਉਹਦੇ ਇਹ ਕੀਤੇ ਹੋਏ ਸਾਰੇ ਸਾਧਨ ਇਦਾਂ ਨਿਸ਼ਫਲ ਚਲੇ ਜਾਂਦੇ ਆ, ਜਿਵੇਂ ਹਾਥੀ ਹੈ ਨਾ, ਜਿਹੜਾ ਉਹ ਜਦੋਂ ਨਹਾਉਂਦਾ ਨਾ, ਹਾਥੀ ਦਾ ਸੁਭਾਅ ਹੁੰਦਾ ਜਦੋਂ ਨਦੀ 'ਚ ਵੜ ਕੇ ਨਹਾ ਲੈਂਦਾ ਪਹਿਲਾਂ ਤਾਂ ਚੰਗੀ ਤਰ੍ਹਾਂ, ਪਰ ਨਦੀ 'ਚੋਂ ਬਾਹਰ ਨਿਕਲਦਿਆਂ ਹੀ ਨਾ ਆਪਣੀ ਸੁੰਡ ਦੇ ਵਿੱਚ ਮਿੱਟੀ ਭਰ ਕੇ ਆਪਣੇ ਸਰੀਰ ਦੇ ਉੱਤੇ, ਆਪਣੇ ਪਿੰਡੇ ਦੇ ਉੱਤੇ ਸਿੱਟ ਲੈਂਦਾ। ਮਤਲਬ ਨਹਾ ਕੇ ਫੇਰ ਮੁੜ ਕੇ ਆਪਣੇ ਤਨ ਦੇ ਉੱਤੇ ਮਿੱਟੀ ਪਾ ਲੈਂਦਾ, ਆਪਣੇ ਆਪ ਨੂੰ ਫੇਰ ਲਪੇਟ ਲੈਂਦਾ।
ਤੇ ਇਹਦਾ ਮਤਲਬ ਵੀ ਉਹ ਜਿਹੋ ਜਿਹਾ ਨਹਾਇਆ ਜਿਹੋ ਜਿਹਾ ਨਾ ਨਹਾਇਆ ਇੱਕ ਬਰਾਬਰ ਹੀ ਆ ਨਾ। ਇਸੇ ਤਰ੍ਹਾਂ ਜਿਹੜੇ ਬੰਦੇ ਇਹਨਾਂ ਸਾਧਨਾਂ ਨੂੰ ਕਰਕੇ ਫਿਰ ਹੰਕਾਰ ਦੀ ਮਿੱਟੀ ਆਪਣੇ ਸਿਰ ਤੇ ਪਾ ਲੈਂਦੇ, ਹੰਕਾਰ ਕਰ ਲੈਂਦੇ, ਉਹਨਾਂ ਦੇ ਇਹ ਕੀਤੇ ਹੋਏ ਸਾਧਨ ਇਦਾਂ ਵਿਅਰਥ ਚਲੇ ਜਾਂਦੇ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ। ਜਿਵੇਂ ਹਾਥੀ ਨਹਾ ਕੇ ਫਿਰ ਮਿੱਟੀ ਉਹ ਪਾ ਲੈਂਦਾ, ਕੀ ਫਾਇਦਾ ਉਸਦਾ ਨਹਾਏ ਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਹੰਕਾਰ ਹੀ ਕਰਨਾ ਸੀ ਫਿਰ ਇਹ ਸਾਧਨਾਂ ਨੂੰ ਕਰਨ ਦੀ ਕੀ ਲੋੜ ਸੀ, ਕਿਉਂਕਿ ਹੰਕਾਰ ਕਰਕੇ ਤਾਂ ਕੀਤੇ ਹੋਏ ਸਾਧਨ ਵਿਅਰਥ ਚਲੇ ਜਾਂਦੇ, ਇਹਨਾਂ ਦਾ ਕੋਈ ਫਲ ਹੀ ਨਹੀਂ ਮਿਲਦਾ ਮਹਾਰਾਜ ਕਹਿੰਦੇ। ਇਸ ਕਰਕੇ ਕਹਿੰਦੇ ਕੋਟ ਕਰਮ ਕਰੈ ਹਉ ਧਾਰੇ। ਜਿਹੜਾ ਬੰਦਾ ਕਰੋੜਾਂ ਹੀ ਕੰਮ ਕਰ ਲੈਂਦਾ, ਸਾਧਨ ਕਰ ਲੈਂਦਾ, ਪਰ ਹਉ ਧਾਰ ਲੈਂਦਾ ਮਨ ਵਿੱਚ, ਕਹਿੰਦਾ ਵੀ ਹਾਂ ਮੈਂ ਕੀਤੇ, ਹੰਕਾਰ ਕਰਦਾ, ਸ਼ਰਮ ਪਾਵੈ ਸਗਲੇ ਬਿਰਥਾਰੇ। ਉਹ ਤਾਂ ਸਿਰਫ ਇੱਕ ਸ਼ਰਮ ਦਾ ਮਤਲਬ ਹੁੰਦਾ ਥਕਾਵਟ, ਥਕੇਵਾਂ। ਉਹ ਤਾਂ ਸਿਰਫ ਆਪਣੇ ਸਰੀਰ ਦੇ ਉੱਤੇ ਥਕੇਵਾਂ ਹੀ ਪ੍ਰਾਪਤ ਕਰਦਾ, ਕਿਉਂਕਿ ਉਹਦੇ ਕੀਤੇ ਹੋਏ ਸਾਰੇ ਕੰਮ ਤਾਂ ਵਿਅਰਥ ਨੇ, ਕੋਈ ਫਾਇਦਾ ਤਾਂ ਹੈ ਨਹੀਂ। ਉਹ ਤਾਂ ਆਪਣੇ ਸਰੀਰ ਨੂੰ ਹੀ ਥਕਾਉਂਦਾ ਇਹਨਾਂ ਕੰਮਾਂ ਨੂੰ ਕਰਨ ਦੇ ਵਿੱਚ। ਅਨੇਕ ਤਪੱਸਿਆ ਕਰੇ ਅਹੰਕਾਰ। ਜਿਹੜਾ ਬੰਦਾ ਅਨੇਕਾਂ ਪ੍ਰਕਾਰ ਦੀ ਤਪੱਸਿਆ ਕਰਕੇ ਫਿਰ ਬਾਅਦ ਚੋਂ ਮਨ 'ਚ ਹੰਕਾਰ ਕਰ ਲੈਂਦਾ, ਨਰਕ ਸੁਰਗ ਫਿਰ ਅਵਤਾਰ। ਉਹ ਤਾਂ ਕਦੇ ਜੰਮ ਕੇ ਨਰਕਾਂ ਨੂੰ ਚਲਿਆ ਜਾਂਦਾ, ਮਰ ਕੇ ਨਰਕਾਂ ਨੂੰ ਚਲਿਆ ਜਾਂਦਾ, ਕਦੇ ਸਵਰਗ ਨੂੰ ਚਲਿਆ ਜਾਂਦਾ, ਕਦੇ ਸਵਰਗ ਤੋਂ ਫੇਰ ਜਾ ਕੇ ਨਰਕਾਂ ਨੂੰ। ਉਹਦਾ ਤਾਂ ਵਿਚਾਰੇ ਦਾ ਆਵਾਗਾਉਣ ਦਾ ਚੱਕਰ ਹੀ ਨਹੀਂ ਮਿਟਦਾ, ਕਦੇ ਨਰਕਾਂ 'ਚ ਕਦੇ ਸਵਰਗਾਂ 'ਚ, ਕਦੇ ਨਰਕਾਂ 'ਚ ਕਦੇ ਸਵਰਗਾਂ 'ਚ। ਉਹਦੀ ਇਹੀ ਹਾਲਤ ਹੁੰਦੀ ਹੈ, ਦੁਬਾਰੋਂ ਜੰਮਦਾ ਮਰਦਾ ਰਹਿੰਦਾ, ਕਿ ਫਿਰ ਅਵਤਾਰ ਮਤਲਬ ਦੁਬਾਰੋਂ ਜੰਮਦਾ ਮਰਦਾ ਰਹਿੰਦਾ। ਇਹ ਹਾਲਤ ਉਸ ਦੀ ਹੁੰਦੀ ਹੈ। ਅਨੇਕ ਯਤਨ ਕਰ ਆਤਮ ਨਹੀਂ ਦਰਵੈ। ਜੇ ਬੰਦਾ ਅਨੇਕਾਂ ਸਾਧਨਾਂ ਨੂੰ ਕਰ ਲਵੇ, ਜਪ ਤਪ ਪੂਜਾ ਪਾਠ ਆਦਿਕ ਕਰ ਲਵੇ, ਤੇ ਇੰਨੇ ਸਾਧਨ ਕਰਨ ਦੇ ਨਾਲ, ਜਪ ਤਪ ਕਰਨ ਦੇ ਨਾਲ ਵੀ ਜੇ ਬੰਦੇ ਦਾ ਮਨ ਦਰਵੀਭੂਤ ਨਹੀਂ ਹੋਇਆ, ਮਤਲਬ ਬੰਦੇ ਦੇ ਅੰਦਰ ਨਿਮਰਤਾ ਨਹੀਂ ਆਉਂਦੀ, ਬੰਦੇ ਦਾ ਮਨ ਕੋਮਲ ਨਹੀਂ ਹੁੰਦਾ, ਜੇ ਬੰਦੇ ਦਾ ਮਨ ਫਿਰ ਵੀ ਸਖਤ ਕਠੋਰ ਹੀ ਰਹਿੰਦਾ, ਮਹਾਰਾਜ ਕਹਿਣਗੇ ਇੰਨੇ ਸਾਧਨਾਂ ਨੂੰ ਕਰਨ ਦੇ ਨਾਲ। ਕਈ ਦੇਖਿਆ ਨਾ ਤੁਸੀਂ, ਕਈ ਬਾਣੀ ਬਹੁਤ ਪੜ੍ਹਦੇ ਆ, ਸੇਵਾ ਵੀ ਬਹੁਤ ਕਰਦੇ ਆ, ਪਰ ਉਹਨਾਂ ਦਾ ਅੰਦਰ ਬੜਾ ਕਠੋਰ ਹੁੰਦਾ, ਉਹਨਾਂ ਦੇ ਅੰਦਰ ਬਿਲਕੁਲ ਰਹਿਮ ਨਹੀਂ ਹੁੰਦਾ, ਉਹਨਾਂ ਦਾ ਮਨ ਬਿਲਕੁਲ ਤਰਸ ਨਹੀਂ ਕਰਦਾ ਕਿਸੇ ਤੇ, ਉਹਨਾਂ ਦਾ ਹਿਰਦਾ ਕੋਮਲ ਨਹੀਂ ਹੁੰਦਾ। ਫਿਰ ਮਹਾਰਾਜ ਕਹਿੰਦੇ ਜੇ ਅਨੇਕਾਂ ਸਾਧਨ ਕਰਨ ਦੇ ਨਾਲ ਮਨ ਕੋਮਲੇ ਨਾ ਹੋਇਆ, ਮਹਾਰਾਜ ਕਹਿੰਦੇ ਮਨ ਦੀ ਕਠੋਰਤਾ ਹੀ ਨਾ ਖਤਮ ਹੋਈ, ਹਰ ਦਰਗਹਿ ਕਉ ਕੈਸੇ ਗਵੈ। ਉਹ ਦੱਸੋ ਪਰਮਾਤਮਾ ਦੀ ਦਰਗਾਹ 'ਚ ਕਿੱਦਾਂ ਜਾਊਗਾ, ਉਹ ਕਿੱਦਾਂ ਵਾਹਿਗੁਰੂ ਦੇ ਘਰ ਉਸ ਨੂੰ ਜਗ੍ਹਾ ਮਿਲੇਗੀ, ਥਾਂ ਮਿਲੇਗੀ? ਨਹੀਂ। ਇਸ ਕਰਕੇ ਭਾਈ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਜੇ ਮਨ ਕੋਮਲ ਵੀ ਹੋਣਾ ਚਾਹੀਦਾ ਹੈ, ਮਨ ਨਾ ਨਰਮ ਹੋ ਜਾਣਾ ਚਾਹੀਦਾ ਪੜ੍ਹ ਕੇ ਬਾਣੀ, ਨਹੀਂ ਤਾਂ ਕੋਈ ਫਾਇਦਾ ਨਹੀਂ। ਜੇ ਮਨ ਕਠੋਰ ਦਾ ਕਠੋਰ ਹੀ ਹੈ, ਫਿਰ ਤਾਂ ਉਹੀ ਹਾਲਤ ਹੈ ਜਿਵੇਂ ਪੱਥਰ ਨੂੰ ਤੁਸੀਂ ਭਾਵਾਂ 1 ਸਾਲ, ਭਾਵਾਂ 2 ਸਾਲ, ਭਾਵਾਂ 5 ਸਾਲ, 100 ਸਾਲ ਵੀ ਇਹਨੂੰ ਪਾਣੀ 'ਚ ਰੱਖ ਦੋ ਨਾ ਪੱਥਰ ਨੂੰ, ਉਹ ਉੱਦਾਂ ਦਾ ਉੱਦਾਂ ਹੀ ਸਖਤ ਦਾ ਸਖਤ, ਕਠੋਰ ਦਾ ਹੀ ਕਠੋਰ ਰਹਿੰਦਾ। ਉਹ ਫਿਰ ਜਿੰਨੀ ਮਰਜ਼ੀ ਬਾਣੀ ਪੜ੍ਹਨ, ਜਿੰਨੀ ਮਰਜ਼ੀ ਸੰਗਤ ਕਰਨ, ਉਹ ਕਠੋਰ ਦੇ ਕਠੋਰ ਹੀ ਰਹਿੰਦੇ, ਕੋਈ ਫਾਇਦਾ ਨਹੀਂ ਉਹਨਾਂ ਦਾ। ਅੱਗੇ ਮਹਾਰਾਜ ਕਹਿੰਦੇ ਆਪਸ ਕਉ ਜੋ ਭਲਾ ਕਹਾਵੈ। ਜਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਤਾਂ ਬਹੁਤ ਭਲਾ ਬੰਦਾ, ਬਾਈ ਮੈਂ ਤਾਂ ਚੰਗਾ ਹੀ ਬਹੁਤ ਆ, ਮੇਰੇ 'ਚ ਤਾਂ ਇੰਨੇ ਗੁਣ ਨੇ, ਮੈਂ ਦੇਖਿਆ ਕਿੰਨਾ ਦਾਨ ਪੁੰਨ ਕਰਦਾ। ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤਾ ਭਲਾ ਖਵਾਉਂਦਾ ਨਾ, ਤੇ ਸਹਿ ਭਲਾਈ ਨਿਕਟ ਨਾ ਆਵੇ। ਮਹਾਰਾਜ ਕਹਿੰਦੇ ਉਸ ਬੰਦੇ ਦੇ ਤਾਂ ਭਲਾਈ ਨੇੜੇ ਆਉਂਦੀ ਹੋ ਨਹੀਂ, ਉਹ ਬੰਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਜਿਹੜਾ ਕਹਿੰਦਾ ਵੀ ਮੈਂ ਬਹੁਤ ਭਲਾ, ਉਹ ਤਾਂ ਦਿਖਾਵਾ ਕਰ ਰਿਹਾ। ਮਹਾਰਾਜ ਕਹਿੰਦੇ ਤਾਂ ਭਲਾਈ ਨੇੜੇ ਨਹੀਂ ਆਉਂਦੀ ਉਹਦੇ। ਸਰਬ ਕੀ ਰੇਨ ਜਾ ਕਾ ਮਨ ਹੋਏ। ਮਹਾਰਾਜ ਕਹਿੰਦੇ ਜਿਹਦਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਮਹਾਰਾਜ ਕਹਿੰਦੇ ਉਹਨਾਂ ਦੀ ਕਹੋ ਨਾਨਕ ਤਾ ਕੀ ਨਿਰਮਲ ਸੋਏ। ਮਹਾਰਾਜ ਕਹਿਣ ਲੱਗੇ ਅਸੀਂ ਕਹਿੰਦੇ ਆ ਉਹਦੀ ਦੁਨੀਆ ਦੇ ਤੇ ਸਭ ਤੋਂ ਉਜਲ ਸੋਭਾ ਹੁੰਦੀ ਹੈ, ਉਹਦੀ ਸੋਭਾ ਸਭ ਤੋਂ ਉੱਤਮ ਹੈ, ਸਾਰੇ ਉਸ ਦੀ ਸੋਭਾ ਕਰਦੇ ਹੈ। ਉਹਦੀ ਸੋਭਾ ਵੀ ਨਿਰਮਲ ਹੈ, ਮਤਲਬ ਉਹਦੀ ਮੈਲੀ ਸੋਭਾ ਨਹੀਂ ਹੈਗੀ, ਉਹਦੀ ਸੋਭਾ ਕਦੇ ਖਤਮ ਨਹੀਂ ਹੁੰਦੀ। ਇਸ ਤਰ੍ਹਾਂ ਤੁਸੀਂ 2 ਪੌੜੀਆਂ ਸਰਵਣ ਕੀਤੀਆਂ, ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।